ਸੋ ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ ਜੀ। ਮੈਂ ਰਮਨਦੀਪ ਸਿੰਘ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਟਿਊਟ 'ਤੇ ਅਤੇ ਸਵਾਗਤ ਕਰਦਾ ਜੀ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਇਸ ਚੈਨਲ ਉੱਤੇ। ਸੋ ਅੱਜ ਇਸ ਵੀਡੀਓ ਦੇ ਵਿੱਚ ਅਸੀਂ ਜਿਓਗ੍ਰਾਫੀ ਦਾ ਜਿਹੜਾ ਫੋਰਥ ਪਾਰਟ ਹੈਗਾ ਉਸ ਦੇ ਬਾਰੇ ਡਿਸਕਸ ਕਰਾਂਗੇ। ਅਰਥ ਦੇ ਨਾਲ ਰਿਲੇਟਡ ਜਿਹੜਾ ਸਾਡਾ ਚੈਪਟਰ ਉਹ ਚੱਲਦਾ ਪਿਆ ਸੀ ਯੂਨੀਵਰਸ ਦੇ ਨਾਲ ਸੰਬੰਧਿਤ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਹੈ ਕਿ ਜਿਹੜੇ ਵਿਦਿਆਰਥੀ ਇਸ ਚੈਨਲ 'ਤੇ ਪਹਿਲੀ ਵਾਰ ਆਏ ਉਹਨਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਨਾਲ ਹੀ ਬੈਲ ਆਈਕਨ 'ਤੇ ਕਲਿੱਕ ਕਰ ਲੈਣ ਤਾਂ ਜੋ ਤੁਹਾਨੂੰ ਜਿਹੜੀਆਂ ਆਉਣ ਵਾਲੀ ਲੇਟੈਸਟ ਵੀਡੀਓ ਨੇ ਉਹ ਸਭ ਤੋਂ ਪਹਿਲਾਂ ਮਿਲਦੀਆਂ ਰਹਿਣ। ਸੋ ਇਸ ਚੈਨਲ 'ਤੇ PSTET, STET ਐਂਡ ਮਾਸਟਰ ਕੈਡਰ ਦੀ ਪ੍ਰੀਪਰੇਸ਼ਨ ਕਰਵਾਈ ਜਾਂਦੀ ਹੈ। ਸੋ ਘਰ ਬੈਠੇ ਹੀ ਵਧੀਆ ਤਰੀਕੇ ਦੇ ਨਾਲ ਪ੍ਰੀਪਰੇਸ਼ਨ ਕਰਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਇਸ ਚੈਨਲ 'ਤੇ ਲਾਈਵ ਕਲਾਸ ਦੀ ਜਿਹੜੀ ਟਾਈਮਿੰਗ ਹੈਗੀ 11 ਵਜੇ ਪੰਜਾਬੀ ਦੀ ਹੈਗੀ ਔਰ 5:30 ਵਜੇ ਸ਼ਾਮ ਦੇ ਪੋਲੀਟੀਕਲ ਸਾਇੰਸ 2 ਦਿਨ ਪੋਲੀਟੀਕਲ ਸਾਇੰਸ ਅਤੇ 2 ਦਿਨ ਹਿਸਟਰੀ ਦੀ ਹੁੰਦੀ ਹੈਗੀ ਕਿ ਡੇਲੀ ਕਲਾਸ ਇਹ ਹੁੰਦੀਆਂ ਨੇਗੀਆਂ। ਸੋ ਜੋ ਵਿਦਿਆਰਥੀ ਨਾ ਸਬਜੈਕਟ ਦੇ ਨਾਲ ਰਿਲੇਟਡ ਨੇ ਉਹ ਲਾਈਵ ਕਲਾਸ ਦੇ ਵਿੱਚ ਵੀ ਆ ਸਕਦੇ ਨੇ, ਨਹੀਂ ਤਾਂ ਆਫਲਾਈਨ ਜਿਹੜੀਆਂ ਪਲੇਲਿਸਟ ਦੇ ਵਿੱਚ ਉਹਨਾਂ ਨੂੰ ਸਾਰੀਆਂ ਵੀਡੀਓਜ਼ ਮਿਲ ਜਾਣਗੀਆਂ, ਉਹ ਪਲੇਲਿਸਟ ਦੇ ਵਿੱਚੋਂ ਜਾ ਕੇ ਦੇਖ ਸਕਦੇ ਨੇ। ਸੋ ਸ਼ੁਰੂ ਕਰਦੇ ਅੱਜ ਦਾ ਸੈਸ਼ਨ। ਜਿਓਗ੍ਰਾਫੀ ਦੇ ਇੰਪੋਰਟੈਂਟ ਕੁਐਸਚਨ ਨੇਗੇ ਜੋ ਮਾਸਟਰ ਕੈਡਰ ਦੇ ਲਈ ਇੰਪੋਰਟੈਂਟ ਨੇਗੇ। ਸੋ ਅੱਜ ਦਾ ਫਸਟ ਜਿਹੜਾ ਕੁਐਸਚਨ ਹੈ ਸਾਡਾ ਕਿ ਜੇਕਰ ਕਿਸੇ ਨਦੀ ਦੇ ਮੁਹਾਨੇ ਥੱਲੇ ਧਸ ਜਾਣ ਜਾਂ ਧਸੇ ਰਹੇ ਹੋਣ ਤਾਂ ਉੱਥੇ ਕਿਹੜੇ ਸਤਲ ਦਾ ਜਿਹੜਾ ਰੂਪ ਦਾ ਵਿਕਾਸ ਹੁੰਦਾ ਹੈ। ਜਿਹੜੇ ਮੁਹਾਨੇ ਹੁੰਦੇ ਨੇ, ਨਦੀ ਦੇ ਕਿਨਾਰੇ ਹੁੰਦੇ ਨੇ, ਜੇਕਰ ਉਹ ਧਸ ਜਾਂਦੇ ਨੇ ਤਾਂ ਉੱਥੇ ਕਿਹੜੇ ਸਤਲ ਦਾ ਜਿਹੜਾ ਵਿਕਾਸ ਹੁੰਦਾ ਹੈ। ਸੋ ਆਪਸ਼ਨ 1 ਹੈ ਡੈਲਟਾ, ਆਪਸ਼ਨ 2 ਹੈ ਨਦੀ ਘਾਟੀ, ਆਪਸ਼ਨ 3 ਹੈ ਐਸਚੂਰੀ ਅਤੇ ਆਪਸ਼ਨ 4 ਹੈ ਕੋਈ ਨਹੀਂ। ਸੋ ਰਾਈਟ ਜਿਹੜਾ ਆਨਸਰ ਇਸ ਦਾ ਸੀ ਹੈ। ਜਦੋਂ ਨਦੀ ਦੇ ਜਿਹੜੇ ਕਿਨਾਰੇ ਨੇ, ਜਿਹੜੇ ਉਹ ਮੁਹਾਨੇ ਨੇ, ਉਹ ਧਸ ਜਾਂਦੇ ਆ ਜਾਂ ਧਸੇ ਰਹਿਣ ਤਾਂ ਉਸ ਨੂੰ ਐਸਚੂਰੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਸੋ ਐਸਚੂਰੀ ਦਾ ਜਿਹੜਾ ਉੱਥੇ ਵਿਕਾਸ ਹੁੰਦਾ ਹੈਗਾ। ਨੈਕਸਟ ਹੈ ਜੀ, ਹੇਠ ਲਿਖਿਆਂ ਵਿੱਚੋਂ ਕਿਸੇ ਇੱਕ ਵਿੱਚ ਮਾਲਟਾ ਅਵਸਥਿਤ ਹੈ। ਸੋ ਆਪਸ਼ਨ 1 ਹੈ ਜੀ ਬਾਲਟਿਕ ਸਾਗਰ ਦੇ ਵਿੱਚ, ਆਪਸ਼ਨ 2 ਹੈ ਭੂਮੱਧ ਸਾਗਰ ਦੇ ਵਿੱਚ, ਆਪਸ਼ਨ 3 ਹੈ ਕਾਲਾ ਸਾਗਰ ਅਤੇ ਆਪਸ਼ਨ ਡੀ ਹੈ ਜੀ ਉੱਤਰੀ ਸਾਗਰ। ਸੋ ਮਾਲਟਾ ਜਿਹੜਾ ਕਿੱਥੇ ਸਥਿਤ ਹੈ ਇਹਨਾਂ ਦੋਨਾਂ ਚਾਰਾਂ ਦੇ ਵਿੱਚੋਂ। ਸੋ ਰਾਈਟ ਜਿਹੜਾ ਆਨਸਰ ਆ ਉਹ ਬੀ ਹੈ ਜੀ। ਸੋ ਭੂਮੱਧ ਸਾਗਰ ਦੇ ਵਿੱਚ ਜਿਹੜਾ ਮਾਲਟਾ ਹੈਗਾ ਉਹ ਸਥਿਤ ਹੈਗਾ। ਸੋ ਸਹੀ ਆਨਸਰ ਇਸ ਦਾ ਬੀ ਆਪਸ਼ਨ ਹੈ। ਨੈਕਸਟ ਹੈ ਜੀ, ਹੇਠ ਲਿਖਿਆਂ ਵਿੱਚੋਂ ਕਿਹੜਾ ਇੱਕ ਬ੍ਰਹਮਵਿਰਤ ਜਿਹਨੂੰ ਗੋਲਾ ਕਿਹਾ ਜਾਂਦਾ ਉਹ ਕਹਿਲਾਉਂਦਾ ਹੈ। ਸੋ ਆਪਸ਼ਨ 1 ਹੈ ਜੀ ਕਰਕ ਰੇਖਾ, ਆਪਸ਼ਨ 2 ਹੈ ਮਕਰ ਰੇਖਾ, ਆਪਸ਼ਨ 3 ਹੈ ਭੂਮੱਧ ਰੇਖਾ ਅਤੇ ਆਪਸ਼ਨ 4 ਹੈ ਜੀ ਉੱਤਰੀ ਧਰੁਵ ਗੋਲਾ। ਸੋ 58 ਨੰਬਰ ਦਾ ਰਾਈਟ ਆਨਸਰ ਸੀ ਹੈ ਜੀ। ਸੋ ਭੂਮੱਧ ਰੇਖਾ ਨੂੰ ਜਿਹੜਾ ਬ੍ਰਹਮਵਿਰਤ ਜਾਂ ਗੋਲਾ ਕਿਹਾ ਜਾਂਦਾ ਹੈ, ਜਿਹੜਾ ਕਿ ਸਾਰੀ ਧਰਤੀ ਦੇ ਦੁਆਲੇ ਇੱਕ ਸਰਕਲ ਦੇ ਰੂਪ ਦੇ ਵਿੱਚ ਫੈਲਿਆ ਹੋਇਆ ਹੈਗਾ। ਠੀਕ ਹੈ, ਸੋ ਇਸ ਨੂੰ ਬ੍ਰਹਮਵਿਰਤ ਕਿਹਾ ਜਾਂਦਾ ਹੈਗਾ। ਨੈਕਸਟ ਹੈ ਜੀ 4 ਨੰਬਰ, ਵਿਸ਼ਵ ਵਿਆਸ ਅਤੇ ਕ੍ਰੈਕਟੋਜ਼ਾ ਕਿਸ ਤਰ੍ਹਾਂ ਦੇ ਜਵਾਲਾਮੁਖੀ ਹਨ। ਸੋ ਆਪਸ਼ਨ 1 ਹੈ ਜੀ ਮ੍ਰਿਤ ਜਵਾਲਾਮੁਖੀ, ਆਪਸ਼ਨ 2 ਹੈ ਸਕ੍ਰਿਅਲ ਜਵਾਲਾਮੁਖੀ ਅਤੇ ਆਪਸ਼ਨ ਸੀ ਹੈ ਬ੍ਰਹਸਪਤ ਜਵਾਲਾਮੁਖੀ ਅਤੇ ਆਪਸ਼ਨ ਡੀ ਹੈ ਇਹਨਾਂ ਦੇ ਵਿੱਚੋਂ ਕੋਈ ਨਹੀਂ ਹੈਗਾ। ਸੋ ਵਿਸ਼ਵ ਵਿਆਸ ਅਤੇ ਕ੍ਰੈਕਟੋਜ਼ਾ ਜਿਹੜੇ ਜਵਾਲਾਮੁਖੀ ਨੇ ਉਹ ਕਿਸ ਤਰ੍ਹਾਂ ਦੇ ਜਵਾਲਾਮੁਖੀ ਨੇ। ਸੋ ਸਹੀ ਆਨਸਰ ਜਿਹੜਾ ਉਹ ਸੀ ਹੈ ਪ੍ਰਸੁਪਤ ਜਵਾਲਾਮੁਖੀ ਨੇਗੇ। ਠੀਕ ਹੈ ਜੀ। ਨੈਕਸਟ ਹੈ ਜੀ, ਯੂਰਪ ਦੀ ਇੱਕ ਪਰਬਤ ਚੋਟੀ ਹੈ ਇਹਨਾਂ ਦੇ ਵਿੱਚੋਂ ਕਿਹੜੀ ਹੈ। ਸੋ ਆਪਸ਼ਨ 1 ਹੈ ਜੀ ਆਲਪਸ, ਆਪਸ਼ਨ 2 ਹੈ ਹਿਮਾਲਾ, ਆਪਸ਼ਨ 3 ਹੈ ਐਂਡੀਜ਼ ਅਤੇ ਆਪਸ਼ਨ ਡੀ ਹੈ ਰਾਕੀ। ਸੋ ਯੂਰਪ ਦੇ ਵਿੱਚ ਇਹਨਾਂ ਵਿੱਚੋਂ ਜਿਹੜੀ ਪਰਬਤ ਲੜੀ ਪਾਈ ਜਾਂਦੀ ਹੈਗੀ ਉਸ ਦਾ ਸਹੀ ਆਨਸਰ ਹੈ ਐਲਪਸ। ਸੋ ਐਲਪਸ ਪਰਬਤ ਲੜੀ ਹੈ ਜਿਹੜੀ ਉਹ ਯੂਰਪ ਦੇ ਵਿੱਚ ਪਾਈ ਜਾਂਦੀ ਹੈਗੀ ਹੈ। ਨੈਕਸਟ ਹੈ ਜੀ 61 ਨੰਬਰ, ਆਲਪਸ ਪਰਬਤ ਸ਼੍ਰੇਣੀ ਹੇਠਾਂ ਵਿੱਚੋਂ ਕਿਹੜੇ ਦੇਸ਼ ਦਾ ਹਿੱਸਾ ਨਹੀਂ ਹੈਗੀ। ਸੋ ਆਪਸ਼ਨ 1 ਹੈ ਫਰਾਂਸ, ਆਪਸ਼ਨ 2 ਹੈ ਜਰਮਨੀ, ਆਪਸ਼ਨ 3 ਹੈ ਆਸਟ੍ਰੇਲੀਆ, ਆਪਸ਼ਨ 4 ਹੈ ਜੀ ਇੰਗਲੈਂਡ। ਸੋ ਐਲਪਸ ਪਰਬਤ ਜਿਹੜਾ ਯੂਰਪ ਦੇ ਵਿੱਚ ਪਾਇਆ ਜਾਂਦਾ ਹੈਗਾ, ਸੋ ਕਿਹੜੇ ਦੇਸ਼ ਦੇ ਵਿੱਚ ਇਹ ਨਹੀਂ ਹੈਗੀ, ਕਿਹੜੇ ਦੇਸ਼ ਦਾ ਹਿੱਸਾ ਨਹੀਂ ਹੈਗੀ। ਸੋ ਸਹੀ ਜਿਹੜਾ ਆਨਸਰ ਉਹ ਡੀ ਹੈ ਜੀ। ਸੋ ਇੰਗਲੈਂਡ ਦੇ ਜਿਹੜੇ ਇਹ ਪਾਰਟ ਨਹੀਂ ਹੈਗੇ ਕਿ ਫਰਾਂਸ, ਜਰਮਨੀ ਐਂਡ ਆਸਟ੍ਰੇਲੀਆ ਇਹਨਾਂ ਤਿੰਨਾਂ ਦੇ ਵਿੱਚ ਜਿਹੜੀ ਐਲਪਸ ਪਰਬਤ ਉਹ ਫੈਲੇ ਹੋਏ ਨੇ। ਬਟ ਇੰਗਲੈਂਡ ਕੀ ਹੈਗਾ ਯੂਰਪ ਦੇ ਨਾਲੋਂ ਥੋੜ੍ਹਾ ਜਿਹਾ ਵੱਖਾ, ਵਿਚਾਲੇ ਉਸ 'ਤੇ ਓਸ਼ਨ ਆ ਜਾਂਦਾ ਹੈ, ਜਿਸ ਕਰਕੇ ਇੱਥੇ ਜਿਹੜਾ ਇਸਦਾ ਕੋਈ ਰੇਂਜ ਨਹੀਂ ਹੈਗੀ ਐਲਪਸ ਦੀ। ਠੀਕ ਹੈ ਜੀ। ਨੈਕਸਟ 62 ਨੰਬਰ, ਰਾਜ ਮੁਹਾਨੇ ਦਾ ਨਿਰਮਾਣ ਹੁੰਦਾ ਹੈ ਕਿਸ ਦੇ ਨਾਲ। ਸੋ ਆਪਸ਼ਨ 1 ਹੈ ਹਵਾ ਦੇ ਦੁਆਰਾ, ਆਪਸ਼ਨ 2 ਹੈ ਨਦੀਆਂ ਦੇ ਦੁਆਰਾ, ਆਪਸ਼ਨ 3 ਹੈ ਹਿਮ ਨਦੀ ਦੁਆਰਾ ਅਤੇ ਆਪਸ਼ਨ 4 ਹੈ ਇਹਨਾਂ ਦੇ ਵਿੱਚੋਂ ਕਿਸੇ ਦੇ ਦੁਆਰਾ ਵੀ ਨਹੀਂ। ਸੋ ਰਾਜ ਜਿਹੜੇ ਮੁਹਾਨੇ ਹੁੰਦੇ ਨੇਗੇ, ਕਿਨਾਰੇ ਹੁੰਦੇ ਨੇ ਨਦੀਆਂ ਦੇ, ਸੋ ਉਹ ਕਿਸ ਦੇ ਨਾਲ ਨਿਰਮਾਣ ਹੁੰਦਾ ਇਹਨਾਂ ਦਾ। ਸੋ ਰਾਈਟ ਜਿਹੜਾ ਆਨਸਰ ਉਹ ਸੀ ਆਪਸ਼ਨ ਹੈ। ਸੋ ਹਿਮ ਨਦੀ ਦੇ ਦੁਆਰਾ ਕੀ ਹੈਗਾ ਰਾਜ ਮੁਹਾਨੇ ਜਿਹੜੇ ਉਹਨਾਂ ਦਾ ਨਿਰਮਾਣ ਹੁੰਦਾ ਹੈ। ਸੋ ਮੁਹਾਨੇ ਦਾ ਮਤਲਬ ਹੈ ਕਿ ਨਦੀ ਦੇ ਕਿਨਾਰੇ ਹੀ ਹੋਵੇਗਾ, ਇਹ ਸਿਰਾ ਸਟਰਕਚਰ ਬਣੇਗਾ, ਇਹ ਨਦੀ ਦੇ ਕਿਨਾਰੇ ਹੀ ਬਣੇਗਾ। ਸੋ ਇਸ ਕਰਕੇ ਇਹ ਹਿਮ ਨਦੀ ਦੇ ਦੁਆਰਾ ਹੀ ਜਿਹੜਾ ਵਾਪਰਦਾ ਹੈਗਾ। ਨੈਕਸਟ ਹੈ 63 ਨੰਬਰ, ਸਮੁੰਦਰ ਵਿੱਚ ਡੁੱਬੀ ਹੋਈ ਹਿਮ ਘਾਟੀ ਨੂੰ ਕੀ ਕਿਹਾ ਜਾਂਦਾ ਹੈ। ਸੋ ਆਪਸ਼ਨ 1 ਹੈ ਜੀ ਐਸਚੂਰੀ, ਆਪਸ਼ਨ 2 ਹੈ ਪੁਲਿਨ, ਆਪਸ਼ਨ 3 ਹੈ ਫਿਆਰਡ ਅਤੇ ਆਪਸ਼ਨ ਡੀ ਹੈ ਹਿਮੋੜ।
ਸੋ ਸਮੁੰਦਰ ਦੇ ਵਿੱਚ ਜਿਹੜੀ ਘਾਟੀ ਹੈ, ਹਿਮ ਘਾਟੀ ਜਿਹੜੀ ਡੁੱਬੀ ਹੁੰਦੀ ਹੈਗੀ ਉਸ ਨੂੰ ਕਿਸ ਨਾਮ ਦੇ ਨਾਲ ਜਾਂਦਾ ਹੈ? ਸੋ ਰਾਈਟ ਆਨਸਰ ਹੈ ਫਿਆਰਡ ਉਸ ਨੂੰ ਕਹਿੰਦੇ ਨੇਗੇ, ਜਿਹੜੀ ਹਿਮ ਘਾਟੀ ਜਿਹੜੀ ਸਮੁੰਦਰ ਦੇ ਵਿੱਚ ਡੁੱਬੀ ਹੁੰਦੀ ਹੈਗੀ ਹੈ। ਠੀਕ ਹੈ ਜੀ, ਸੀ ਆਨਸਰ ਇਸ ਦਾ ਸਹੀ ਹੈ। ਨੈਕਸਟ ਹੈ ਜੀ, ਸੋ ਹੇਠਾਂ ਦਿੱਤਿਆਂ ਦੇ ਵਿੱਚੋਂ ਇਹਨਾਂ ਦਾ ਸੁਮੇਲ ਕਰਨਾ ਹੈ। ਸੋ ਕਿਹੜੇ ਨੇ ਇਸ ਦੇ ਸਹੀ ਆਨਸਰ ਦੇਖਦੇ ਹਾਂ। ਸੋ ਇਹਦਾ ਰਾਈਟ ਆਨਸਰ 64 ਦਾ ਹੈਗਾ ਜੀ ਡੀ। ਸੋ ਜ਼ਿਆਦਾਤਰ ਪ੍ਰੀਤੀ ਦਰਸ਼ਨਾਂ ਦੇ ਆਧਾਰ 'ਤੇ ਚਟਾਨਾਂ ਦਾ ਜਿਹੜਾ ਅਧਿਐਨ ਹੁੰਦਾ ਹੈਗਾ ਗਾ, ਉਹ ਭੂ ਆਕ੍ਰਿਤਿਕ ਵਿਗਿਆਨ ਦੇ ਵਿੱਚ ਉਸ ਦੀ ਜਿਹੜਾ ਸਟੱਡੀ ਕੀਤੀ ਜਾਂਦੀ ਹੈ। ਚਟਾਨਾਂ ਦੇ ਸਰੂਪ, ਉਮਰ, ਪੱਧਰਾਂ ਅਤੇ ਵਿਤਰਨ ਦਾ ਜਿਹੜਾ ਅਧਿਐਨ ਕੀਤਾ ਜਾਂਦਾ ਹੈ ਉਹ ਕਿਸ ਵਿਗਿਆਨ ਦੇ ਵਿੱਚ ਕੀਤਾ ਜਾਂਦਾ ਹੈ? ਉਹਦਾ ਰਾਈਟ ਆਨਸਰ ਹੈ ਜੀ ਅਸਮ ਵਿਗਿਆਨ। ਅਸਮ ਵਿਗਿਆਨ ਦੇ ਵਿੱਚ ਚਟਾਨਾਂ ਦੇ ਸਟਰਕਚਰ ਬਾਰੇ, ਨੇਚਰ ਬਾਰੇ ਉਹਨਾਂ ਦੇ ਅਧਿਐਨ ਕੀਤਾ ਜਾਂਦਾ ਹੈ। ਵਿਭਿੰਨ ਸਥਲ ਕਿਰਤੀਆਂ ਦਾ ਜਿਹੜਾ ਅਧਿਐਨ ਕੀਤਾ ਜਾਂਦਾ ਹੈਗਾ ਗਾ, ਉਹ ਸੰਰਚਨਾਤਮਕ ਵਿਗਿਆਨ ਹੈ, ਉਸ ਦੇ ਵਿੱਚ ਕੀਤਾ ਜਾਂਦਾ ਹੈ। ਪਰਬਤਾਂ ਦੀ ਉਤਪੱਤੀ ਦੀ ਸੰਰਚਨਾ ਦੇ ਬਾਰੇ ਜਿਹੜਾ ਅਧਿਐਨ ਕੀਤਾ ਜਾਂਦਾ ਹੈ ਉਹ ਪਰਬਤ ਵਿਗਿਆਨ ਦੇ ਵਿੱਚ ਕੀਤਾ ਜਾਂਦਾ ਹੈ। ਠੀਕ ਹੈ ਜੀ, ਸੋ ਇਸ ਤਰ੍ਹਾਂ ਦੇ ਕੁਐਸਚਨ ਕਾਫੀ ਜ਼ਿਆਦਾ ਆਉਂਦੇ ਹੁੰਦੇ ਨੇ ਕਿ ਜਿਓਗ੍ਰਾਫੀ ਦੇ ਵਿੱਚ, ਸੋ ਇਹ ਜ਼ਰੂਰੀ ਹੁੰਦੇ ਨੇ, ਇਹਨਾਂ ਨੂੰ ਜ਼ਰੂਰ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ। ਮਲਾਉਣਚਨ ਜਿਹੜੇ ਆ ਜਾਂਦੇ ਹੋਗੇ ਜਿਓਗ੍ਰਾਫੀ ਦੇ ਵਿੱਚ। ਨੈਕਸਟ ਹੈ ਜੀ ਪੈਨ ਨੰਬਰ। ਸੋ ਇਹ ਸਥਾਨ ਜਿਹੜਾ ਹੈ 60 ਡਿਗਰੀ ਪੂਰਬੀ ਦਿਸ਼ਾ ਦਰ 'ਤੇ ਹੈਗਾ ਗਾ ਔਰ 30 ਡਿਗਰੀ ਦੱਖਣੀ ਕਾਸ਼ਾਂ ਦੇ ਵਿੱਚ ਸਥਿਤ ਹੈਗਾ ਗਾ, ਜਦ ਕਿ ਸਥਾਨ ਬੀ ਜਿਹੜਾ ਉਹ 60 ਡਿਗਰੀ ਪੂਰਬ ਦਿਸ਼ਾਂਤਰ ਦੇ ਵਿੱਚ ਆ ਅਤੇ 45 ਡਿਗਰੀ ਉੱਤਰੀ ਕਾਸ਼ ਦੇ ਵਿੱਚ ਸਥਿਤ ਹੈ। ਤਾਂ ਬੀ ਸਥਾਨ ਦਾ ਜਿਹੜਾ ਉਹ ਸਮਾਂ ਕੀ ਹੋਵੇਗਾ, ਇਹਦੇ ਨਾਲੋਂ ਕਿੰਨਾ ਜਿਹੜਾ ਫਰਕ ਹੋਵੇਗਾ ਉਸਦਾ? ਸੋ ਆਪਸ਼ਨ 1 ਹੈ ਜੀ ਇਹ ਸਥਾਨ ਤੋਂ ਅੱਧਾ ਘੰਟਾ ਪਿੱਛੇ ਹੋਵੇਗਾ। ਆਪਸ਼ਨ 2 ਹੈ ਜੀ ਇਹ ਸਥਾਨ ਤੋਂ ਅੱਧਾ ਘੰਟਾ ਅੱਗੇ ਹੋਵੇਗਾ। ਆਪਸ਼ਨ ਸੀ ਹੈ ਇਹ ਸਥਾਨ ਤੋਂ ਅੱਧਾ ਘੰਟਾ ਅੱਗੇ ਜਾਂ ਪਿੱਛੇ ਹੋਵੇਗਾ। ਜਾਂ ਆਪਸ਼ਨ ਡੀ ਹੈ ਜੀ ਸਥਾਨ ਏ ਦੇ ਸਮੇਂ ਦੇ ਅਨੁਸਾਰ ਹੋਵੇਗਾ। ਸੋ ਇਹਦਾ ਰਾਈਟ ਜਿਹੜਾ ਆਨਸਰ ਹੈ ਉਹ ਡੀ ਹੈ ਜੀ। ਸੋ ਸਮੇਂ ਜਿਹੜਾ ਹੋਵੇਗਾ ਉਹ ਸਥਾਨ ਦੇ ਅਕੋਰਡਿੰਗ ਹੋਵੇਗਾ ਕਿ ਕਿੰਨੇ ਦਾ ਹੈਗਾ ਗਾ। ਸੋ 1 ਡਿਗਰੀ ਦੇ ਉੱਪਰ ਜਿਹੜਾ 4 ਮਿੰਟਾਂ ਦਾ ਫਰਕ ਪੈ ਜਾਂਦਾ ਹੁੰਦਾ ਹੈਗਾ ਗਾ, ਠੀਕ ਆ, ਉਹਦੇ ਨਾਲ ਤੁਸੀਂ ਇਸ ਨੂੰ ਜਿਹੜਾ ਕੈਲਕੂਲੇਟ ਕਰ ਲੈਣਾ ਹੈ, ਉਸ ਦੇ ਆਧਾਰ 'ਤੇ ਤੁਹਾਨੂੰ ਜਿਹੜਾ ਇਸ ਤਰ੍ਹਾਂ ਟਾਈਮ ਉਹ ਨਿਕਲ ਜਾਵੇਗਾ। ਠੀਕ ਹੈ, ਸੋ ਇਹ ਸਥਾਨ ਜਿਹੜਾ ਸਮੇਂ ਦੇ ਅਨੁਸਾਰ ਹੋਵੇਗਾ ਕਿ ਕਿੰਨਾ ਸਮਾਂ ਉੱਥੇ ਵਾਪਰਿਆ ਹੋਏਗਾ। ਠੀਕ ਆ, 2 ਵਜੇ ਹੋਏ ਨੇ ਤਾਂ ਦੂਸਰੀ ਜਗ੍ਹਾ ਦੇ ਵਿੱਚ ਕਿੰਨੇ ਟਾਈਮ ਦਾ ਜਿਹੜਾ ਫਰਕ ਪਵੇਗਾ, ਜੇਕਰ 1 ਵਜੇ ਹੋਇਆ ਤਾਂ ਦੂਸਰੀ ਜਗ੍ਹਾ ਦੇ ਉੱਪਰ ਕਿੰਨੇ ਟਾਈਮ ਦਾ ਜਿਹੜਾ ਫਰਕ ਪਵੇਗਾ। ਸੋ ਇੱਥੇ ਜਿਹੜਾ ਟਾਈਮ ਉਹ ਮੈਂਸ਼ਨ ਨਹੀਂ ਕੀਤਾ ਹੈਗਾ, ਇਸ ਕਰਕੇ ਇਹ ਸਮੇਂ ਦੇ ਅਨੁਸਾਰ ਹੋਵੇਗਾ। ਜੇਕਰ ਇੱਥੇ ਟਾਈਮ ਦਿੱਤਾ ਹੁੰਦਾ ਕਿ 60 ਡਿਗਰੀ ਦੇ ਵਿੱਚ ਜਾਂ ਇਹ ਆਪਸ਼ਨ ਦੇ ਵਿੱਚ 1 ਵਜਾ ਹੋਇਆ ਤਾਂ ਉਸ ਦੇ ਅਕੋਰਡਿੰਗ ਜਿਹੜਾ ਬੀ ਦਾ ਸੀ ਟਾਈਮ ਉਹ ਕੱਢ ਸਕਦੇ ਸੀਗੇ। ਠੀਕ ਹੈ, ਬਟ ਉਹ ਇੱਥੇ ਨਹੀਂ ਦਿੱਤਾ, ਇਸ ਕਰਕੇ ਸਿਰਫ ਇਸ ਸਮੇਂ ਦੇ ਅਨੁਸਾਰ ਹੀ ਅਸੀਂ ਇਸ ਨੂੰ ਮੰਨਾਂਗੇ। ਨੈਕਸਟ ਹੈ 66 ਨੰਬਰ। ਆਪਣੇ ਅਕਸ 'ਤੇ ਪ੍ਰਿਥਵੀ ਦੀ ਸਥਾਈ ਝੁਕਾਅ ਅਰਥਾਤ ਇਸ ਦੁਆਰਾ ਆਖਰੀ ਸ਼੍ਰੇਣੀ ਦੇ ਵਿੱਚ ਸੂਰਜ ਦੇ ਪ੍ਰਕਰਸ਼ਣ ਤੋਂ ਉਤਪੰਨ ਹੁੰਦੀ ਹੈ। ਆਪਸ਼ਨ 1 ਹੈ ਜੀ ਪਵਨ ਅਤੇ ਸਾਗਰੀ ਧਰਾਵਾਂ ਦੀ ਦਿਸ਼ਾ ਵਿੱਚ ਵਿਸ਼ਰੇਪ। ਆਪਸ਼ਨ ਬੀ ਹੈ ਜੀ ਵਿਭਿੰਨ ਦਿਸ਼ਾਂਤਰ 'ਤੇ ਸਥਿਤ ਸਥਾਨਾਂ ਦੇ ਸਮੇਂ ਵਿੱਚ ਅੰਤਰ। ਆਪਸ਼ਨ 3 ਹੈ ਸਾਲ ਦੇ ਵਿਭਿੰਨ ਸਮਿਆਂ ਦੇ ਵਿੱਚ ਦਿਨ ਅਤੇ ਰਾਤ ਦੀ ਅਵਧੀ ਦੇ ਵਿੱਚ ਪਰਿਵਰਤਨ। ਆਪਸ਼ਨ ਡੀ ਹੈ ਦੁਪਹਿਰ ਸਮੇਂ ਸੂਰਜ ਦੀ ਉਚਾਈ ਵਿੱਚ ਸਾਥ ਦੇ ਵੱਖ-ਵੱਖ ਸਮਿਆਂ ਵਿੱਚ ਪਰਿਵਰਤਨ। ਸੋ ਰਾਈਟ ਆਨਸਰ ਇਸ ਦਾ ਕਿਹੜਾ ਹੈ ਇਹਨਾਂ ਦੇ ਵਿੱਚੋਂ? ਸੋ 66 ਦਾ ਜੀ ਸੀ ਆਨਸਰ ਹੈ। ਸੋ ਇਹਦੇ ਵਿੱਚੋਂ ਜਿਹੜਾ ਸਹੀ ਇਸ ਦੇ ਨਾਲ ਮਿਲਦਾ ਹੈ ਕਿ ਆਪਣੇ ਅਕਸ਼ ਦੇ ਉੱਪਰ ਜਿਹੜੀ ਪ੍ਰਿਥਵੀ ਸਥਾਈ ਰੂਪ ਦੇ ਵਿੱਚ ਝੁਕੀ ਹੋਈ ਹੈਗੀ। ਠੀਕ ਹੈ, ਤਾਂ ਉਹਦੇ ਜਿਹੜੇ ਸੂਰਜ ਦੀਆਂ ਪ੍ਰਕਿਰਨਾਂ ਦੇ ਨਾਲ ਕੀ ਪ੍ਰਭਾਵ ਪੈਂਦਾ ਹੈ ਕਿ ਸਾਲ ਦੇ ਜਿਹੜੇ ਵਿਭਿੰਨ ਸਮਿਆਂ ਦੇ ਵਿੱਚ ਦਿਨ ਰਾਤ ਦੀ ਜਿਹੜੀ ਅਵਧੀ ਹੈ ਉਹਦੇ ਵਿੱਚ ਪਰਿਵਰਤਨ ਪੈਂਦਾ ਹੈ ਸਥਾਈ ਝੁਕਾਅ ਦੇ ਨਾਲ। ਠੀਕ ਹੈ, ਔਰ ਦੁਪਹਿਰ ਦੇ ਸਮੇਂ ਜਿਹੜਾ ਸੂਰਜ ਦੀ ਉਚਾਈ ਦੇ ਵਿੱਚ ਸਥਾਨ ਦੇ ਉੱਪਰ ਵੱਖ-ਵੱਖ ਸਮਿਆਂ ਦੇ ਵਿੱਚ ਵੀ ਪਰਿਵਰਤਨ ਹੁੰਦਾ ਹੈਗਾ। ਸੋ ਇਹ ਝੁਕਾਅ ਦੇ ਨਾਲ ਡਿਪੈਂਡ ਹੈਗਾ। ਠੀਕ ਹੈ ਜੀ, ਅਕਸ਼ ਦੇ ਉੱਪਰ ਡਿਪੈਂਡ ਕਰਦਾ ਹੈ। ਨੈਕਸਟ ਹੈ ਜੀ 67 ਨੰਬਰ। ਦੱਖਣੀ ਧਰੁਵ ਲਗਾਤਾਰ ਸੂਰਜ ਦਾ ਪ੍ਰਕਾਸ਼ ਪ੍ਰਾਪਤ ਕਰਦਾ ਹੈ ਕਦੋਂ? ਸੋ ਆਪਸ਼ਨ 1 ਹੈ ਗਰਮੀ ਸਮੇਂ। ਆਪਸ਼ਨ 2 ਹੈ ਸਰਦੀ ਵਿੱਚ। ਆਪਸ਼ਨ 3 ਹੈ ਬਸੰਤ ਵਿੱਚ ਅਤੇ ਆਪਸ਼ਨ ਹੈ ਕਦੇ ਵੀ ਨਹੀਂ। ਸੋ 67 ਦਾ ਜੀ ਡੀ ਆਨਸਰ ਦੇਖਦੇ ਹਾਂ ਕਿਹੜਾ ਸਹੀ ਹੈਗਾ। ਸੋ ਸਹੀ ਆਨਸਰ ਹੈ ਜੀ ਬੀ। ਦੱਖਣੀ ਧਰੁਵ ਆ ਜਿਹੜਾ ਸਰਦੀਆਂ ਦੇ ਵਿੱਚ ਜਿਹੜਾ ਸੂਰਜ ਦਾ ਜਿਹੜਾ ਪ੍ਰਕਾਸ਼ ਆ ਉਹ ਪ੍ਰਾਪਤ ਕਰਦਾ ਹੈਗਾ। ਜਦੋਂ ਸਾਡੇ ਇੰਡੀਆ ਦੇ ਵਿੱਚ ਗਰਮੀਆਂ ਪੈ ਰਹੀਆਂ ਹੁੰਦੀਆਂ ਨੇ, ਸਰਦੀਆਂ ਪਈਆਂ ਹੁੰਦੀਆਂ ਨੇ, ਉਸ ਸਮੇਂ ਜਿਹੜਾ ਸੂਰਜ ਦਾ ਝੁਕਾਅ ਹੁੰਦਾ ਹੈਗਾ ਉਹ ਦੱਖਣੀ ਧਰੁਵ ਵੱਲ ਹੁੰਦਾ, ਤਾਂ ਉਸ ਸਮੇਂ ਜਿਹੜਾ ਇਹ ਸੂਰਜ ਤੋਂ ਜਿਹੜਾ ਪ੍ਰਕਾਸ਼ ਆ ਉਹ ਪ੍ਰਾਪਤ ਕਰਦਾ ਹੈਗਾ। ਠੀਕ ਹੈ ਜੀ, ਸਰਦੀਆਂ ਦੇ ਵਿੱਚ। ਨੈਕਸਟ ਹੈ ਜੀ ਕਿਸੇ ਸਥਾਨ ਕੱਕੇ ਦਾ ਸਥਾਨਕ ਸਮਾਂ ਜਿਹੜਾ ਉਹ 4 ਵਜੇ ਹੈਗੇ ਆ, ਜਦ ਕਿ ਇਸ ਸਮੇਂ ਗ੍ਰੀਨ ਵਿੱਚ ਦਾ ਵਿਚਕਾਰਲਾ ਸਮਾਂ ਜਿਹੜਾ ਉਹ 2 ਵਜੇ ਦੁਪਹਿਰ ਨੂੰ ਪ੍ਰਦਰਸ਼ਿਤ ਕਰਦਾ ਹੈ। ਇਸ ਤੋਂ ਸੰਕੇਤ ਮਿਲਦਾ ਹੈ ਕਿ ਕੱਕਾ ਗ੍ਰੀਨ ਰੇਖਾ ਦੇ ਪੂਰਬ ਦੇ ਵਿੱਚ ਸਥਿਤ ਹੈ। ਆਪਸ਼ਨ 2 ਹੈ ਜੀ ਕੱਕਾ 30 ਡਿਗਰੀ ਪੂਰਬੀ ਦਿਸ਼ਾਂਤਰ ਦੇ ਵਿੱਚ ਸਥਿਤ ਹੈ। ਸੋ ਇਹਨਾਂ ਦੇ ਵਿੱਚੋਂ ਰਾਈਟ ਕਿਹੜਾ ਹੈਗਾ? ਸੋ ਆਨਸਰ ਡੀ ਹੈ ਜੀ
1 ਅਤੇ 2 ਦੋਵੇਂ ਸਹੀ ਨੇਗੇ। ਠੀਕ ਹੈ, 4 ਵਜੇ ਜਿਹੜੇ ਹੈਗਾ ਕੱਕੇ ਦਾ ਸਥਾਨਕ ਸਮਾਂ ਹੈਗਾ ਔਰ ਗ੍ਰੀਨ ਵਿੱਚ ਜਿਹੜਾ ਇਹਦਾ ਸਮਾਂ ਹੈਗਾ ਉੱਥੇ 2 ਵਜੇ ਹੋਏ ਨੇ ਦੁਪਹਿਰ ਦੇ। ਅਤੇ ਇਹਦੇ ਅਕੋਰਡਿੰਗ ਕੀ ਹੈਗਾ ਜਿਹੜਾ ਗ੍ਰੀਨ ਵਿੱਚ ਹੈਗਾ ਉਹ ਰੇਖਾ ਦੇ ਕੱਕਾ ਜਿਹੜਾ ਉਹ ਗ੍ਰੀਨ ਵਿੱਚ ਦੀ ਰੇਖਾ ਦੇ ਪੂਰਬ ਦੇ ਵੱਲ ਹੈਗਾ ਸੋ ਪੂਰਬ ਦਿਸ਼ਾ ਦੇ ਵੱਲ ਹੋਵੇਗਾ। ਠੀਕ ਹੈ, ਜੋ ਕੱਕਾ ਹੈਗਾ ਔਰ ਇਸ ਸਥਾਨ ਦੇ ਵਿੱਚ ਗ੍ਰੀਨ ਵਿੱਚ ਆ ਜਾਵੇਗਾ ਔਰ ਇਸ ਸਥਾਨ ਦੇ ਵਿੱਚ ਜਿਹੜਾ ਕੱਕਾ ਹੋ ਜਾਵੇਗਾ। ਠੀਕ ਹੈ, ਸੋ ਇੱਥੇ 2 ਵਜੇ ਹੋਏ ਨੇ ਔਰ ਇਸ ਸਥਾਨ ਦੇ ਉੱਪਰ ਜਿਹੜੇ 4 ਵਜੇ ਹੋਏ ਹੈਗੇ ਨੇਗੇ ਔਰ ਕੱਕਾ ਜਿਹੜਾ 30 ਡਿਗਰੀ ਪੂਰਬੀ ਦੇਸ਼ਾਂਤਰ ਦੇ ਵਿੱਚ ਸਥਿਤ ਹੋਵੇਗਾ। ਸੋ ਇਸ ਸਾਈਡ ਇਹ 30 ਡਿਗਰੀ ਦੇ ਵਿੱਚ ਈਸਟ ਦੇ ਵੱਲ ਹੋਵੇਗਾ। ਨੈਕਸਟ ਹੈ ਜੀ 69 ਨੰਬਰ, ਹੇਠਾਂ ਵਿੱਚੋਂ ਅਲਾਸਕਾ ਕਿਹੜੇ ਦੇਸ਼ ਦਾ ਹਿੱਸਾ ਹੈ? ਸੋ ਆਪਸ਼ਨ 1 ਹੈ ਗ੍ਰੀਨਲੈਂਡ, ਆਪਸ਼ਨ 2 ਹੈ USA, ਆਪਸ਼ਨ 3 ਹੈ ਕੈਨੇਡਾ ਅਤੇ ਆਪਸ਼ਨ 4 ਹੈ ਯੂਨਾਈਟਿਡ ਕਿੰਗਡਮ। ਸੋ ਰਾਈਟ ਆਨਸਰ ਹੈ ਬੀ ਜੀ। ਸੋ USA ਦੇ ਮੈਪ ਦੇ ਉੱਪਰਲੀ ਸਾਈਡ ਬਿਲਕੁਲ ਇਸ ਕੋਨੇ ਦੇ ਉੱਪਰ ਜਿਹੜਾ ਅਲਾਸਕਾ ਨਾਮ ਦਾ ਜਿਹੜਾ ਸਥਾਨ ਆ ਉਹ ਸਥਿਤ ਹੈਗਾ ਸੋ ਜ਼ਿਆਦਾਤਰ ਇਹ ਬਰਫੀਲਾ ਏਰੀਆ ਹੈ। ਸੋ ਇੱਥੇ ਬਹੁਤ ਘੱਟ ਜਿਹੜੀ ਪਾਪੂਲੇਸ਼ਨ ਮਿਲਦੀ ਹੈਗੀ ਆ। ਠੀਕ ਹੈ, ਸੋ ਪਹਿਲਾਂ ਇਹ ਕਾਫੀ ਟਾਈਮ ਰਸ਼ੀਆ ਦੇ ਅੰਡਰ ਵੀ ਰਿਹਾ ਹੈਗਾ ਸੋ ਸੀ ਬੀ ਆਨਸਰ ਸਹੀ ਸੀ। ਨੈਕਸਟ ਹੈ ਜੀ 70 ਨੰਬਰ, ਘਾਟੀ ਹਿਮਾਨੀ ਦੇ ਕਿਨਾਰਿਆਂ ਦੇ ਨੇੜੇ ਸੁੱਟਣ ਵਾਲੇ ਮਲਬੇ ਦੀ ਕਟਕ ਨੂੰ ਕੀ ਕਿਹਾ ਜਾਂਦਾ ਹੈਗਾ? ਸੋ ਆਪਸ਼ਨ 1 ਹੈ ਜੀ ਪਾਸ਼ਵਰ ਵਰਤੀ ਹਿਮੋੜ, ਆਪਸ਼ਨ 2 ਹੈ ਤਲ ਸਥ ਹਿਮੋੜ, ਆਪਸ਼ਨ ਡੀ ਹੈ ਜੀ ਮੱਧਵਰਤੀ ਹਿਮੋੜ ਅਤੇ ਆਪਸ਼ਨ ਡੀ ਹੈ ਜੀ ਅੰਗਰ ਸੱਤ ਹਿਮੋੜ। ਸੋ ਘਾਟੀ ਹਿਮਾਨੀ ਦੇ ਜਿਹੜੇ ਕਿਨਾਰੇ ਨੇਗੇ ਉਹਨਾਂ ਦੇ ਨੇੜੇ ਸੁੱਟਣ ਵਾਲੇ ਮਲਬੇ ਨੂੰ ਕਟਕ ਨੂੰ ਜਿਹੜਾ ਕੀ ਕਿਹਾ ਜਾਂਦਾ ਉਹਦਾ ਰਾਈਟ ਜਿਹੜਾ ਆਨਸਰ ਹੈ ਉਹ ਇਹ ਹੈ ਜੀ। ਸੋ ਪਾਸਵਰ ਵਰਤੀ ਹਿਮੋੜ ਉਸ ਨੂੰ ਕਿਹਾ ਜਾਂਦਾ ਹੈਗਾ। ਨੈਕਸਟ ਹੈ ਜੀ 71 ਨੰਬਰ, ਜਦੋਂ ਦੇ ਹਿਮਾਨਿਆਂ ਦੇ ਸੰਗਮ ਸਥਾਨ 'ਤੇ ਉਹਨਾਂ ਦੇ ਅੰਦਰੂਨੀ ਕਿਨਾਰਿਆਂ ਦੇ ਪਾਸ਼ਵਰਤੀ ਹਿਮੋੜ ਆਪਸ ਦੇ ਵਿੱਚ ਮਿਲ ਕੇ ਇੱਕ ਹੋ ਜਾਂਦੇ ਹਨ ਤਾਂ ਉਸ ਨੂੰ ਕੀ ਕਿਹਾ ਜਾਂਦਾ ਹੈ ਜਦੋਂ ਕਿਨਾਰਿਆਂ ਦੇ ਉੱਪਰ ਦੋਨਾਂ ਦੇ ਪਾਸ਼ਵਰਤੀ ਹਿਮੋੜ ਉਹ ਮਿਲ ਜਾਂਦੇ ਨੇ? ਸੋ ਆਪਸ਼ਨ 1 ਹੈ ਜੀ ਪਾਸ਼ਵਰਤੀ ਹਿਮੋੜ, ਆਪਸ਼ਨ 2 ਹੈ ਮੱਧਵਰਤੀ ਹਿਮੋੜ, ਆਪਸ਼ਨ ਸੀ ਹੈ ਤਲਸਥ ਹਿਮੋੜ ਅਤੇ ਆਪਸ਼ਨ ਡੀ ਹੈ ਜੀ ਅੰਗਰਸਥ ਹਿਮੋੜ। ਸੋ ਰਾਈਟ ਆਨਸਰ ਹੈ ਜੀ ਬੀ। ਸੋ ਇਸ ਨੂੰ ਮੱਧਵਰਤੀ ਹਿਮੋੜ ਦੇ ਨਾਮ ਨਾਲ ਜਾਣਿਆ ਜਾਵੇਗਾ ਜਦੋਂ ਅੰਦਰੂਨੀ ਕਿਨਾਰਿਆਂ ਦੇ ਜਿਹੜੇ ਪਾਸ਼ਵਰਤੀ ਹਿਮੋੜ ਆ ਆਪਸ ਦੇ ਵਿੱਚ ਤੋਂ ਮਿਲ ਜਾਂਦੇ ਹੈਗੇ ਨੇਗੇ। ਨੈਕਸਟ ਹੈ 72 ਨੰਬਰ ਜੀ, ਹੇਠਾਂ ਵਿੱਚੋਂ ਕਿਹੜੀ ਗੈਸ ਦੀ ਪ੍ਰਤੀਸ਼ਤ ਅਤੇ ਆਇਤਨ ਵਿੱਚ ਵਾਯੂਮੰਡਲ ਵਿੱਚ ਸਭ ਤੋਂ ਘੱਟ ਹੈਗਾ? ਸੋ ਆਪਸ਼ਨ 1 ਹੈ ਆਰਗਨ, ਆਪਸ਼ਨ 2 ਹੈ ਨਾਈਟ੍ਰੋਜਨ, ਆਪਸ਼ਨ ਸੀ ਹੈ ਕਾਰਬਨ ਡਾਈਆਕਸਾਈਡ ਅਤੇ ਆਪਸ਼ਨ ਡੀ ਹੈ ਜੀ ਆਕਸੀਜਨ। ਸੋ ਗੈਸ ਦੀ ਜਿਹੜੀ ਪ੍ਰਤੀਸ਼ਤ ਹੈਗੀ ਠੀਕ ਹੈ ਔਰ ਆਇਤਨ ਜਿਹੜਾ ਵਾਯੂਮੰਡਲ ਵਿੱਚ ਸਭ ਤੋਂ ਘੱਟ ਕਿਸ ਦਾ ਹੈ? ਸੋ ਦਾ ਰਾਈਟ ਆਨਸਰ ਹੈ ਬੀ ਜੀ ਕਾਰਬਨ ਡਾਈਆਕਸਾਈਡ ਦਾ ਹੈਗਾ ਪ੍ਰਤੀਸ਼ਤ ਜਿਹੜੀ ਉਹ ਘੱਟ ਹੈਗੀ ਆ ਔਰ ਆਇਤਨ ਵੀ ਇਸ ਦਾ ਜਿਹੜਾ ਸਭ ਤੋਂ ਘੱਟ ਹੈਗਾ ਵਾਯੂਮੰਡਲ ਦੇ ਵਿੱਚ। ਨੈਕਸਟ ਹੈ 73 ਨੰਬਰ, ਜਦ ਚਟਾਨ ਪਿਘਲਣ ਜਾਂ ਪਿੱਛੇ ਹਟਣ ਲੱਗਦੀ ਹੈ ਤਾਂ ਆਪਣੇ ਨਾਲ ਲਿਆਂਦੀ ਮਲਬੇ ਨੂੰ ਬਿਨਾਂ ਕਿਸੇ ਕ੍ਰਮ ਦੇ ਜੰਤਰ ਤੰਤਰ ਰਾਹੀਂ ਘਾਟੀ 'ਤੇ ਵਿਛਾ ਦਿੰਦੀ ਹੈਗੀ ਜਿਸ ਨੂੰ ਕਿਹਾ ਜਾਂਦਾ ਹੈ? ਸੋ ਆਪਸ਼ਨ 1 ਹੈ ਲੋਅਸ ਕਿਹਾ ਜਾਂਦਾ ਹੈ, ਆਪਸ਼ਨ ਦੀ ਹੈ ਬਾਲੂਕਾ ਸਤੂਪ ਕਿਹਾ ਜਾਂਦਾ ਹੈ, ਆਪਸ਼ਨ ਸੀ ਹੈ ਤਲਸਥ ਹਿਮੋੜ ਅਤੇ ਆਪਸ਼ਨ ਡੀ ਹੈ ਅਗਰਸਥ ਹਿਮੋੜ। ਸੋ ਜਦੋਂ ਚਟਾਨਾਂ ਜਿਹੜੀਆਂ ਉਹ ਪਿਘਲ ਕੇ ਪਿੱਛੇ ਹਟਦੀਆਂ ਨੇਗੀਆਂ ਜਾਂ ਹਟਣ ਲੱਗਦੀਆਂ ਨੇਗੀਆਂ ਠੀਕ ਆ ਉਸ ਦੇ ਨਾਲ ਜਿਹੜਾ ਮਲਬਾ ਲਿਆਂਦਾ ਹੋ ਤਾਂ ਉਸ ਦੇ ਨਾਲ ਜੋ ਵਿਛਾਇਆ ਜਾਂਦਾ ਹੈ ਯੰਤਰ ਤੰਤਰ ਘਾਟੀ ਦੇ ਵਿੱਚ ਉਸ ਨੂੰ ਕੀ ਨਾਮ ਦੇ ਨਾਲ ਜਾਂਦਾ ਹੈ? ਸੋ ਰਾਈਟ ਆਨਸਰ ਤਲਸਥ ਹਿਲੋੜ ਦੇ ਨਾਮ ਨਾਲ ਉਸ ਨੂੰ ਜਾਣਿਆ ਜਾਂਦਾ ਹੈਗਾ ਹਿਮੋੜ ਦੇ ਨਾਲ। ਠੀਕ ਹੈ ਜੀ। ਨੈਕਸਟ ਹੈ ਜੀ 74 ਨੰਬਰ, ਚਟਾਨਾਂ ਛੱਡਣ ਬਦਲੇ ਅਪੋੜ ਦੀ ਮੋਟੀ ਗਸ਼ੀ ਨੂੰ ਕੀ ਕਹਿੰਦੇ ਹਨ? ਸੋ ਆਪਸ਼ਨ 1 ਹੈ ਤਲਸਥ ਹਿਮੋੜ, ਆਪਸ਼ਨ 2 ਹੈ ਅਗਰਸਥ ਹਿਮੋੜ ਅਤੇ ਆਪਸ਼ਨ ਸੀ ਹੈ ਫਿਆਰਡ ਅਤੇ ਆਪਸ਼ਨ ਡੀ ਹੈ ਡਰਮਲਿਨ। ਸੋ ਚਟਾਨਾਂ ਦੇ ਛੱਡਣ ਦੇ ਬਦਲੇ ਜਿਹੜਾ ਅਪੋੜ ਦੀ ਮੋਟੀ ਗਸ਼ੀ ਹੁੰਦੀ ਹੈਗੀ ਆ ਉਸ ਨੂੰ ਕੀ ਕਿਹਾ ਜਾਂਦਾ ਹੈ? ਰਾਈਟ ਆਨਸਰ ਹੈ ਬੀ ਅਗਰਸਥ ਹਿਮੋੜ ਕਿਹਾ ਜਾਂਦਾ ਹੈ ਜਿਹੜੀ ਕਿ ਮੋਟੀ ਰਾਸ਼ੀ ਹੁੰਦੀ ਹੈ ਮੋਟੀ ਗਸ਼ੀ ਹੁੰਦੀ ਹੈਗੀ ਜਦੋਂ ਚਟਾਨਾਂ ਜਿਹੜੀਆਂ ਅਪੋੜ ਛੱਡਦੀਆਂ ਹੈਗੀਆਂ ਨੇਗੀਆਂ। ਨੈਕਸਟ ਹੈ ਜੀ 75 ਨੰਬਰ, ਗੁਲਾਸ਼ਮ ਮ੍ਰਿਤਕਾ ਦਾ ਸੁੱਟਣਾ ਕੀ ਹੈ? ਸੋ ਨਦੀ ਦੁਆਰਾ ਹੁੰਦਾ ਹੈ। ਸੋ ਆਪਸ਼ਨ 2 ਹੈ ਪਵਨ ਦੁਆਰਾ, ਆਪਸ਼ਨ 3 ਹੈ ਹਿਮ ਨਦੀ ਦੁਆਰਾ, ਆਪਸ਼ਨ ਡੀ ਹੈ ਜੀ ਪਰ ਹਿਮਾਨੀ ਦੁਆਰਾ। ਸੋ 75 ਦਾ ਜੀ ਰਾਈਟ ਆਨਸਰ ਹੈ ਸੀ। ਸੋ ਹਿਮ ਨਦੀ ਦੇ ਦੁਆਰਾ ਜਿਹੜਾ ਗੁਲਾਸ਼ਮ ਮ੍ਰਿਤਕਾ ਦਾ ਜਿਹੜਾ ਸੁੱਟਿਆ ਜਾਂਦਾ ਹੈ ਉਸ ਦੇ ਦੁਆਰਾ ਛਿੱਟਿਆ ਜਾਂਦਾ ਹੈਗਾ ਹਿਮ ਨਦੀ ਦੇ ਦੁਆਰਾ। ਨੈਕਸਟ ਜੀ 76 ਨੰਬਰ, ਸੁਮੇਲ ਕਰਨਾ ਹੈ। ਸੋ ਇਹਦਾ ਜਿਹੜਾ ਰਾਈਟ ਆਨਸਰ ਹੈ 76 ਦਾ ਹੋਈ ਹੈ ਜੀ ਕਿ ਊਰਸਾ ਮੇਜਰ ਜਿਹੜਾ ਹੈਗਾ ਉਹ ਆਕਾਸ਼ ਗੰਗਾ ਹੈਗੀ ਇੱਕ। ਠੀਕ ਹੈ ਜੀ। ਸੀਰੀਅਸ ਜਿਹੜਾ ਹੈਗਾ ਉਹ ਇੱਕ ਤਾਰਾ ਹੈਗਾ ਐਂਡ ਐਂਡਰੋਮੇਡਾ ਜਿਹੜਾ ਹੈਗਾ ਉਹ ਇੱਕ ਨਕਸ਼ਤਰ ਮੰਡਲ ਹੈਗਾ ਅਤੇ ਸ਼ਨੀ ਜਿਹੜਾ ਉਹ ਇੱਕ ਗ੍ਰਹਿ ਹੈਗਾ। ਸੋ ਇਸ ਤਰ੍ਹਾਂ ਦੇ ਜਿਓਗ੍ਰਾਫੀ ਦੇ ਵਿੱਚ ਕੁਐਸਚਨ ਬਹੁਤ ਆਉਣਗੇ, ਇਹਨਾਂ ਨੂੰ ਤੁਸੀਂ ਜ਼ਰੂਰ ਧਿਆਨ ਦੇ ਨਾਲ ਸਟੱਡੀ ਕਰ ਲੈਣਾ ਹੈਗਾ। ਠੀਕ ਹੈ ਜੀ। ਨੈਕਸਟ ਹੈ ਜੀ 77 ਨੰਬਰ,
ਹੇਠ ਲਿਖਿਆਂ ਵਿੱਚ ਹੇਠਾਂ ਸੂਰਜ ਦੇ ਵੱਖ-ਵੱਖ ਭਾਗਾਂ ਦੇ ਨਾਂ ਦਿੱਤੇ ਗਏ ਹਨ। ਸੂਰਜ ਦੀ ਸੰਰਚਨਾ ਵਿੱਚ ਸਿਰੇ ਆਖਿਰ ਤੋਂ ਧਰਾਤਲ ਵੱਲ ਵਧਣ ਦੇ ਹੇਠਾਂ ਲਿਖੇ ਦਾ ਸਹੀ ਕ੍ਰਮ ਕੀ ਹੋਵੇਗਾ? ਸੋ ਫੋਟੋਸਪੀਅਰ ਹੋਵੇਗਾ, ਕਰਮੋਸਪੀਅਰ ਹੋਵੇਗਾ, ਕਨਵੈਕਸ਼ਨ ਹੋਵੇਗਾ ਜਾਂ ਕਰੋਨਾ ਹੋਵੇਗਾ। ਠੀਕ ਹੈ ਜੀ, ਰਾਈਟ ਆਨਸਰ ਇਸ ਦਾ ਏ, ਯਾਨੀ ਕਿ ਪਹਿਲਾਂ ਫੋਟੋਸਪੀਅਰ ਹੋਵੇਗਾ, ਫਿਰ ਕ੍ਰੋਮੋਸਪੀਅਰ ਹੋਵੇਗਾ, ਫਿਰ ਉਸ ਤੋਂ ਬਾਅਦ ਕਨਵਰਸੇਸ਼ਨ ਜਿਹੜਾ ਹੋਵੇਗਾ ਐਂਡ ਨਾਲ ਹੀ ਜਿਹੜਾ ਉਸਦਾ ਕਰੋਨਾ ਹੋਵੇਗਾ। ਸੋ ਇਹ ਚਾਰੇ ਜਿਹੜੇ ਸੀਕੁਐਂਸ ਵਾਈਜ਼ ਨੇਗੇ। ਸੋ ਇਹ ਵੀ ਲੇਅਰਸ ਨੇਗੀਆਂ, ਇਹਨਾਂ ਨੂੰ ਵੀ ਤੁਸੀਂ ਯਾਦ ਰੱਖਣਾ ਹੈਗਾ ਗਾ। ਸਿਰੇ ਤੋਂ ਜਿਹੜਾ ਸਟਾਰਟ ਹੁੰਦਾ ਹੈ ਔਰ ਧਰਤੀ ਦੇ ਜਿਹੜੇ ਧਰਾਤਲ ਵੱਲ ਜਿਹੜਾ ਵੱਧਦਾ ਹੈਗੇ, ਸੂਰਜ ਜਿਹੜਾ ਧਰਾਤਲ ਵੱਲ ਵੱਧਦੇ ਉਹਦੇ ਵਿੱਚ 4 ਪਰਤਾਂ ਜਿਹੜੀਆਂ ਸ਼ਾਮਲ ਆ ਜਾਂਦੀਆਂ ਹੈਗੀਆਂ ਨੇ। ਸਾਰੀਆਂ ਸੀਕੁਐਂਸ ਵਾਈਜ਼ ਨੇ। ਸੋ ਰਾਈਟ ਰਹੇਗੀ ਹੈਗੀ। ਨੈਕਸਟ ਹੈ ਜੀ 78 ਨੰਬਰ। 22 ਨੰਬਰ ਨੂੰ ਸੂਰਜ ਕਿੱਥੇ ਹੁੰਦਾ ਹੈ? ਸੋ ਆਪਸ਼ਨ 1 ਹੈ ਜੀ ਉੱਤਰੀ ਧਰੁਵ 'ਤੇ ਦਿਖਾਈ ਨਹੀਂ ਦਿੰਦਾ ਹੈ। ਆਪਸ਼ਨ 2 ਹੈ ਸੂਰਜ ਕੁਝ ਮਿੰਟਾਂ ਲਈ ਲਾਈ ਅੰਟਾਰਕਟਿਕ ਗੋਲੇ 'ਤੇ ਦਿਖਾਈ ਦਿੰਦਾ ਹੈ। ਆਪਸ਼ਨ 3 ਹੈ ਕਰਕ ਰੇਖਾ ਦੇ ਦੱਖਣ ਪੂਰਬ ਦਿਸ਼ਾ ਦੇ ਵਿੱਚ ਵੱਲ ਚੜ੍ਹਦਾ ਹੈ। ਦੱਖਣ ਪੱਛਮ ਵਿੱਚ ਅਸਤ ਹੋ ਜਾਂਦਾ ਹੈਗਾ ਗਾ। ਸੋ ਆਪਸ਼ਨ 4 ਹੈ ਵਿਸ਼ਵਵਤ ਰੇਖਾ ਤੇ ਦੱਖਣ ਪੂਰਬ ਦਿਸ਼ਾ ਦੇ ਵੱਲ ਚੜ੍ਹਦਾ ਹੈ ਅਤੇ ਦੱਖਣ ਪੱਛਮ ਦਿਸ਼ਾ ਦੇ ਵਿੱਚ ਅਸਤ ਹੋ ਜਾਂਦਾ ਹੈਗਾ ਗਾ, ਜਾਂ ਛੁਪਦਾ ਹੈਗਾ ਗਾ। ਸੋ 22 ਸਤੰਬਰ ਨੂੰ ਕੀ ਹੁੰਦਾ ਹੈ? ਸੋ ਇਹਦਾ ਰਾਈਟ ਜਿਹੜਾ ਆਨਸਰ ਉਹ ਸੀ ਹੈ ਜੀ, ਉੱਤਰੀ ਧੁੱਪ ਦੇ ਵਿੱਚ ਨਹੀਂ ਦਿਖਦਾ ਹੈਗਾ ਗਾ 22 ਸਤੰਬਰ ਨੂੰ। ਠੀਕ ਹੈ, ਕਿਉਂਕਿ ਸੂਰਜ ਜਿਹੜਾ ਗਾ ਸਰਦੀਆਂ, ਸਾਡੇ ਇੰਡੀਆ ਦੇ ਵਿੱਚ ਸਰਦੀਆਂ ਦਾ ਮੌਸਮ ਜਿਹੜਾ ਅਸੀਂ ਕਹਿ ਸਕਦੇ ਹਾਂ ਉਹਦੀ ਸ਼ੁਰੂਆਤ ਹੋ ਜਾਂਦੀ ਹੈ। ਸੂਰਜ ਜਿਹੜਾ ਸਾਊਥ ਪਾਰਟ ਵੱਲ ਝੁਕਣਾ ਸ਼ੁਰੂ ਹੋ ਜਾਂਦਾ ਹੈਗਾ ਗਾ, ਉੱਤਰੀ ਧਰੁਵ ਵੱਲ ਨਹੀਂ ਰਹਿੰਦਾ ਹੈਗਾ ਗਾ। ਔਰ ਨਾਲ ਹੀ ਜਿਹੜਾ ਕਰਕ ਰੇਖਾ ਅਤੇ ਦੱਖਣ ਧਰੁਵ ਦੱਖਣ ਪੂਰਬ ਦਿਸ਼ਾ ਦੇ ਵਿੱਚ ਜਿਹੜਾ ਚੜ੍ਹਦਾ ਹੈਗਾ ਗਾ, ਔਰ ਦੱਖਣ ਪੱਛਮ ਦੇ ਵਿੱਚ ਜਿਹੜਾ ਅਸਤ ਹੋ ਕੇ ਜਾਣੀ ਕਿ ਡੁੱਬਦਾ ਹੈਗਾ ਸੂਰਜ। ਠੀਕ ਹੈ ਜੀ, ਨਾਲ ਹੀ ਭੂ-ਮੱਧ ਰੇਖਾ ਦੇ ਉੱਪਰ ਦੱਖਣ ਪੂਰਬ ਦਿਸ਼ਾ ਦੇ ਵੱਲ ਵਿੱਚ ਚੜ੍ਹਦਾ ਹੈਗਾ ਅਤੇ ਦੱਖਣ ਪੱਛਮ ਦਿਸ਼ਾ ਦੇ ਵਿੱਚ ਅਸਤ ਹੋ ਜਾਂਦਾ ਹੈਗਾ। ਸੋ ਇਹ ਕਿਰਿਆਵਾਂ 22 ਸਤੰਬਰ ਨੂੰ ਹੁੰਦੀਆਂ ਨੇ, ਇਹ ਤੁਸੀਂ ਜਿਹੜਾ ਨੋਟ ਕਰ ਲੈਣੇ। ਨੈਕਸਟ ਹੈ ਜੀ 79 ਨੰਬਰ। ਹੇਠਾਂ ਲਿਖਿਆਂ ਵਿੱਚੋਂ ਆਰੇਖ ਦਾ ਅਧਿਐਨ ਕਰਕੇ ਸਹੀ ਕਥਨ ਦੱਸਣਾ ਹੈ। ਸੋ ਆਪਸ਼ਨ 1 ਹੈ ਜੀ ਆਰੇਖ ਦੁਆਰਾ ਪ੍ਰਿਥਵੀ ਦੇ 21 ਜੂਨ ਦੀ ਸ਼੍ਰੇਣੀਗਤ ਸਥਿਤੀ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ। ਆਪਸ਼ਨ ਬੀ ਹੈ ਉੱਤਰੀ ਗੋਲਾਰਧ ਦੇ ਸਾਰੇ ਕਾਸ਼ਸ਼ ਦੇ ਦਿਨ ਅਤੇ ਰਾਤ ਦੀ ਇੱਕ ਸਮਾਨ ਸੀਮਾ ਹੁੰਦੀ ਹੈਗੀ ਹੈ। ਔਰ ਆਪਸ਼ਨ ਸੀ ਹੈ ਅੰਟਾਰਕਟਿਕ ਗੋਲੇ ਦੇ ਉੱਤਰ ਵਿੱਚ ਲਗਾਤਾਰ ਦਿਨ ਦੀ ਸੀਮਾ ਹੁੰਦੀ ਹੈ। ਅਤੇ ਆਪਸ਼ਨ ਡੀ ਹੈ ਵਿਸ਼ਵਵਤ ਰੇਖਾ ਅਤੇ ਦੱਖਣ ਵਿੱਚ ਦਿਨ ਦੀ ਲੰਬਾਈ ਅਕਸ਼ ਦੇ ਵਧਣ ਨਾਲ ਘਟਦੀ ਜਾਂਦੀ ਹੈਗੀ ਹੈ। ਸੋ 79 ਨੰਬਰ ਦਾ ਰਾਈਟ ਆਨਸਰ ਹੈ ਜੀ ਬੀ। ਸੋ ਉੱਤਰੀ ਗੋਲਾਰਧ ਦੇ ਸਾਰੇ ਕਾਂਸ਼ਸ ਦੇ ਦਿਨ ਅਤੇ ਰਾਤ ਦੀ ਜਿਹੜੀ ਸਮਾਨ ਸੀਮਾ ਹੁੰਦੀ ਹੈਗੀ। ਠੀਕ ਹੈ ਜੀ, ਆਰੇਖ ਦੇ ਨਾਲ ਜਿਹੜਾ ਅਧਿਐਨ ਕਰਕੇ ਇਸ ਨੂੰ ਅਸੀਂ ਸਮਝ ਸਕਦੇ ਹੈਗੇ ਕਿ ਉੱਤਰੀ ਗੋਲਾਰਧ ਦੇ ਸਾਰੇ ਕਾਂਸ਼ਸ ਜਿਹੜੇ ਹੈਗੇ ਨੇ ਉਹਨਾਂ ਦੇ ਦਿਨ ਅਤੇ ਰਾਤ ਦੀ ਜਿਹੜੀ ਸਮਾਨ ਸੀਮਾ ਹੁੰਦੀ ਹੈਗੀ ਹੈ, ਸਮਾਂ। ਨੈਕਸਟ ਹੈ ਜੀ 80 ਨੰਬਰ। ਸੋ 22 ਦਸੰਬਰ ਦੇ ਦਿਨ ਦੁਪਹਿਰ 12 ਵਜੇ ਜੇਕਰ ਸੂਰਜ ਦੇ ਪ੍ਰਕਾਸ਼ ਵਿੱਚ ਖੜ੍ਹੇ ਹੋਣ ਦੇ ਬਾਵਜੂਦ ਕਿਸੇ ਛਾਇਆ ਦਾ ਨਿਰਮਾਣ ਨਾ ਹੋਣ ਦੀ ਸਥਿਤੀ ਵਿੱਚ ਤੁਸੀਂ ਨੇੜੇ ਹੋ ਕਿਸ ਚੀਜ਼ ਦੇ? ਸੋ ਆਪਸ਼ਨ 1 ਹੈ ਆਰਕਟਿਕ ਗੋਲੇ ਦੇ, ਆਪਸ਼ਨ 2 ਹੈ ਕਰਕ ਗੋਲੇ ਦੇ, ਆਪਸ਼ਨ ਸੀ ਹੈ ਮਕਰ ਗੋਲੇ ਦੇ ਅਤੇ ਆਪਸ਼ਨ ਡੀ ਹੈ ਜੀ ਦੱਖਣੀ ਧਰੁਵ ਦੇ। ਜੇ 22 ਦਸੰਬਰ ਵਾਲੇ ਦਿਨ ਤੁਸੀਂ 12 ਵਜੇ ਸੂਰਜ ਦੇ ਪ੍ਰਕਾਸ਼ ਦੇ ਸਾਹਮਣੇ ਖੜ੍ਹੇ ਹੋ ਜਾਂਦੇ ਹੋ ਔਰ ਸਾਹਮਣੇ ਖੜ੍ਹੇ ਹੋਣ ਦੇ ਬਾਵਜੂਦ ਵੀ ਤੁਹਾਨੂੰ ਜਿਹੜਾ ਛਾਇਆ ਦਾ ਨਿਰਮਾਣ ਉਹ ਨਾ ਦਿਸੇ, ਤੁਹਾਡੇ ਆਸ-ਪਾਸ ਜਿਹੜੀ ਛਾਇਆ ਨਾ ਦਿਸੇ, ਤਾਂ ਤੁਸੀਂ ਕਿਸ ਚੀਜ਼ ਦੇ ਨੇੜੇ ਹੋਵੋਗੇ? ਇਸ ਦੇ ਵਿੱਚੋਂ ਰਾਈਟ ਆਨਸਰ ਹੈ ਸੀ, ਤਾਂ ਤੁਸੀਂ ਮਕਰ ਰੇਖਾ ਦੇ ਜਾਂ ਮਕਰ ਗੋਲੇ ਦੇ ਵਿੱਚ ਸਥਿਤ ਹੋਵੋਗੇ, ਜਿਸ ਕਰਕੇ 22 ਦਸੰਬਰ ਦੇ ਦਿਨ ਤੁਹਾਡੇ ਉੱਪਰ 12 ਵਜੇ ਜਿਹੜੇ ਸੂਰਜ ਦਾ ਪ੍ਰਕਾਸ਼ ਦੀ ਜਿਹੜੀ ਰੋਸ਼ਨੀ ਆ ਉਹ ਤਿਰਛੀ ਨਹੀਂ ਹੋਵੇਗੀ, ਬਿਲਕੁਲ ਸਿੱਧੀ ਪੈਂਦੀ ਹੋਵੇਗੀ। ਠੀਕ ਹੈ ਜੀ। ਸੋ ਅੱਜ ਦੇ ਇਸ ਸੈਸ਼ਨ ਦੇ ਵਿੱਚ ਇੰਨੇ ਹੀ ਕੁਐਸਚਨ। ਸੋ ਆਸ ਕਰਦਾ ਕਿ ਸਭ ਲਈ ਹੈਲਪਫੁਲ ਰਹਿਣਗੇ, ਸਭ ਨੂੰ ਕੁਛ ਨਾ ਕੁਛ ਜ਼ਰੂਰ ਸਿੱਖਣ ਨੂੰ ਮਿਲੇਗਾ। ਸੋ ਵੀਡੀਓ ਲਾਈਕ ਜ਼ਰੂਰ ਕਰ ਦਿਓ ਔਰ ਆਪਣੇ ਫਰੈਂਡ ਸਰਕਲ ਦੇ ਵਿੱਚ ਸ਼ੇਅਰ ਕਰ ਦਿਓ। ਥੈਂਕ ਯੂ ਵੈਰੀ ਮੱਚ।